सतनाम श्री वाहिगुरु साहिब जीओ। कबीर यो तन जाएगा, कब न मार्ग लाई। कै संगत कर साध की, कै हर के गुण गाई। जल की पीत पवन का थंबा, रक्त बूंद का गारा। हाड मास नाड़ी को पिंजर, पंखी बसै बेचारा। प्राणी क्या मेरा क्या तेरा, जैसे तरबर पंख बसेरा। क्या मेरा क्या तेरा प्राणी, क्या मेरा क्या तेरा। क्या मेरा क्या तेरा प्राणी, क्या मेरा क्या तेरा। तरबर पंख बसेरा, जैसे तरबर पंख बसेरा। 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 क्या मेरा क्या तेरा प्राणी, क्या मेरा क्या तेरा। क्या मेरा क्या तेरा, क्या मेरा क्या तेरा। राणा राव न को रह, रंग न तुंग फकीर। बारिया को आपनी, कोई न बंद तीर। परम सत्कारयोग गुरु स्वरूप गुरु खालसा साध संगत जी, जितने भी सिख संगतां धन गुरु ग्रंथ साहिब जी महाराज जी आंदे पावन पवित्र चरण कमलों के विच हाजरियां भर रहे हो। साध संगत गुरु शब्द वाल विचार वाल ध्यान देइए, क्योंकि ध्यान दिते तो बिना भावे कोई दुनिया की गल होवे, भावें परमार्थिक विचार होण, वो विचार समझ नहीं पैंदी। साध संगत सबना नूं ही पता है, माता जी माता गुरनाम कौर जी, जो उस परमेश्वर द्वारा दिती हुई ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦੇ ਹੋਏ ਇਸ ਮਾਤ ਲੋਕ ਤੋਂ ਅਕਾਲ ਚਲਾਣਾ ਕਰ ਗਏ ਹਨ। ਪਿੱਛੇ ਭਾਈ ਬਖਤੌਰ ਸਿੰਘ ਔਰ ਸਮੂਹ ਗੁਰਮੁਖ ਪਰਿਵਾਰ ਨੇ ਉਸ ਮਾਤਾ ਦੇ ਨਿਮਿਤ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਜੀਆਂ ਦੇ ਪਾਠ ਪ੍ਰਕਾਸ਼ ਕਰਵਾਏ ਸਨ, ਜਿਨ੍ਹਾਂ ਦੇ ਨਿਰਵਿਘਨਤਾ ਸਹਿਤ ਭੋਗ ਪਾਏ ਗਏ। ਔਰ ਭੋਗ ਤੋਂ ਉਪਰੰਤ ਹੁਣ ਕਾਫੀ ਸਮਾਂ ਹੋ ਚੁੱਕਿਆ ਹੈ, ਗੁਰਬਾਣੀ ਦੇ ਕੀਰਤਨ ਆਰੰਭ ਹੋਏ ਹਨ। ਥੋੜ੍ਹਾ ਜਿਹਾ ਸਮਾਂ ਆਪਣੇ ਪਾਸ ਬਾਕੀ ਹੈ। ਇੰਨੇ ਸਮੇਂ ਤੋਂ ਗੁਰਮਤਿ ਦੀਆਂ ਵਿਚਾਰਾਂ, ਗੁਰੂ ਕਾ ਸ਼ਬਦ
ਅਰ ਲਾਹੇ ਪ੍ਰਾਪਤ ਕਰੀਏ। ਸਾਧ ਸੰਗਤ ਗੁਰਮਤਿ ਦੇ ਅਨੁਸਾਰ ਵਿਚਾਰ ਕਰਕੇ ਦੇਖਿਆ ਜਾਵੇ ਤੇ ਸਤਿਗੁਰੂ ਮਹਾਰਾਜ ਜੀ ਇਸ ਦੁਨੀਆ, ਇਸ ਸੰਸਾਰ ਨੂੰ ਕਿਤੇ ਤੇ ਸੁਪਨੇ ਦੀ ਤਰ੍ਹਾਂ ਕਥਨ ਕਰਦੇ ਹਨ। ਜਿਉਂ ਸੁਪਨਾ ਹਰ ਪੇਖਣਾ ਐਸੇ ਜਗ ਕੋ ਜਾਣ। ਕਿਤੇ ਸਤਿਗੁਰੂ ਮਹਾਰਾਜ ਇਸ ਨੂੰ ਧੂਏ ਦਾ ਪਹਾੜ ਦੱਸਦੇ ਹਨ ਕਿ ਜਿਸ ਤਰ੍ਹਾਂ ਧੂਏ ਦਾ ਪਹਾੜ ਹੋਇਆ ਕਰਦਾ ਹੈ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੱਸਦੇ ਹਨ, ਇਹ ਜਗ ਧੂਏ ਕੋ ਪਹਾੜ ਤੈਂ ਸਾਚਾ ਮਾਨਿਆ ਕਿਹ ਵਿਚਾਰ। ਕਿ ਇਨਸਾਨ, ਇਹ ਜੀਵ, ਤੂੰ ਕਿੰਨਾ ਵਿਚਾਰਾਂ ਦੇ ਨਾਲ ਇਸ ਸੰਸਾਰ ਨੂੰ ਸੱਚਾ ਜਾਣ ਲਿਆ ਹੈ। ਕਿਤੇ ਸਤਿਗੁਰੂ ਮਹਾਰਾਜ ਇਸ ਸੰਸਾਰ ਨੂੰ ਜਾਦੂ ਦੇ ਤਮਾਸ਼ੇ ਦੇ ਤਰ੍ਹਾਂ ਦੱਸਣਾ ਕਰਦੇ ਹਨ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ। ਤਾਂ ਤੇ ਆਪਾਂ ਨੂੰ ਆਪਣੇ ਸਤਿਗੁਰਾਂ ਨੇ ਇਹੀ ਉਪਦੇਸ਼ ਦਿੱਤਾ ਕਿ ਮਨੁੱਖਾ ਜਨਮ ਨੂੰ ਧਾਰ ਕੇ ਗੁਰੂ ਵਾਲੇ ਬਣ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਨੇਕ ਨੀਤੀ ਦੀ ਕਮਾਈ ਕਰਦੇ ਹੋਏ ਅਰ ਸੇਵਾ ਅਤੇ ਸਿਮਰਨ ਸਤਸੰਗਤ ਕਰਦੇ ਹੋਏ ਮਨੁੱਖਾ ਜਨਮ ਨੂੰ ਸਫਲਾ ਕੀਤਾ ਜਾਵੇ। ਸਾਧ ਸੰਗਤ ਨਾਮ ਬਾਣੀ ਦੀ ਵਿਚਾਰ ਫਿਰ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਨੂੰ ਸਫਲਾ ਕੀਤਾ ਔਰ ਉਹਨਾਂ ਦੀ ਗਿਣਤੀ ਤੇ ਹੋਣੀ ਨਾਮੁਮਕਿਨ ਹੈ। ਪਰ ਸਾਧ ਸੰਗਤ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਨਾਮ ਗੁਰੂ ਇਤਿਹਾਸ ਦੇ ਵਿੱਚ ਦਰਜ ਹੀ ਆਪਾਂ ਨੂੰ ਪੜ੍ਹਨ ਸੁਣਨ ਨੂੰ ਮਿਲਦੇ ਹਨ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਮਹਿਲਾ ਮਾਤਾ ਅਜੀਤ ਕੌਰ ਜੀ, ਮਾਤਾ ਜੀਤਾ ਜੀ ਵੀ ਕਿਹਾ ਜਾਂਦਾ ਹੈ। ਮਾਤਾ ਜੀਤਿਆਂ ਜੀਆਂ ਨੇ ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਐ ਸੱਚੇ ਪਾਤਸ਼ਾਹ, ਆਪ ਜੀਆਂ ਨੇ ਨਾਮ ਦਾ ਉਪਦੇਸ਼ ਦੇ ਕੇ ਪਤਾ ਨਹੀਂ ਕਿੰਨੇ ਇੱਕ ਭੁੱਲੇ ਭਟਕੇ ਜੀਵਾਂ ਦਾ ਉਧਾਰ ਕੀਤਾ, ਭਲਾ ਕੀਤਾ। ਔਰ ਉਹ ਨਾਮ ਦੀਆਂ ਜੁਗਤੀਆਂ ਮੈਨੂੰ ਵੀ ਕਿਰਪਾ ਕਰਕੇ ਦੱਸਣਾ ਕਰੋ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਦੱਸਣਾ ਕੀਤਾ ਕਿ ਤੁਸੀਂ ਵੀ ਉਸ ਵਾਹਿਗੁਰੂ ਦਾ ਨਾਮ ਜਪ ਕੇ ਔਰ ਇਹ ਆਪਣਾ ਮਨੁੱਖਾ ਜਨਮ ਸਫਲਾ ਕਰੋ। ਭਾਵੇਂ ਮਾਤਾ ਜੀਤਾ ਜੀਆਂ ਦਾ ਜਨਮ ਸਫਲਾ ਹੋ ਚੁੱਕਿਆ ਸੀ, ਗੁਰੂ ਮਹਾਰਾਜ ਜੀਆਂ ਦੇ ਨਾਲ ਸੰਜੋਗ ਹੋਇਆ ਚਰਨਾਂ ਦੇ ਵਿੱਚ ਰਹਿ ਕੇ ਔਰ ਸੇਵਾ ਕਰਨ ਦਾ ਵੱਡਾ ਲਾਭ, ਕਿਉਂਕਿ ਪਿਛਲੇ ਜਨਮਾਂ ਦਾ ਵੀ ਕੋਈ ਵੱਡਾ ਹੀ ਕਰਮ ਕੀਤਾ ਸੀ, ਚੰਗਾ ਕਰਮ ਕੀਤਾ ਸੀ। ਐਸਾ ਪਿਛਲੇ ਜਨਮਾਂ ਦੀ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਬੰਦਗੀ ਹੋਵੇਗੀ ਮਾਤਾ ਜੀਤਾ ਜੀਆਂ ਦੀ, ਜਿਨ੍ਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਰਹਿ ਕੇ ਮਨੁੱਖਾ ਜਨਮ ਸਫਲਾ ਕਰਨ ਦਾ ਸਮਾਂ ਪ੍ਰਾਪਤ ਹੋਇਆ। ਪਰ ਅੱਜ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਆਮ ਸਿੱਖ ਸੰਗਤਾਂ ਨੂੰ ਨਾਮ ਬਾਣੀ ਦੀਆਂ ਜੁਗਤੀਆਂ ਦੱਸਦੇ ਹੋ, ਕਿਰਪਾ ਕਰਕੇ ਮੈਨੂੰ ਵੀ ਦੱਸਣਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਦੱਸਣਾ ਕੀਤਾ, ਇਉਂ ਕਰਕੇ ਕੰਠ ਦੇ ਵਿੱਚ ਆਪਣੇ ਭਜਨ ਨੂੰ ਚਲਾਉਣਾ ਕਰੋ। ਇਸ ਤੋਂ ਭਜਨ ਪਹਿਲੇ ਤੇ ਬੈਖੜੀ ਬਾਣੀ ਮੁਖ ਦੇ ਨਾਲ, ਬੁੱਲਾਂ ਦੇ ਜੀਭ ਦੇ ਨਾਲ ਬੋਲ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ। ਫਿਰ ਇਸ ਤੋਂ ਅੱਗੇ ਕੰਠ ਦੇ ਵਿੱਚ, ਫਿਰ ਹਿਰਦੇ ਵਿੱਚ, ਨਾਭੀ ਦੇ ਵਿੱਚ ਜੋ ਉਕਤੀਆਂ ਜੁਗਤੀਆਂ ਵੱਡੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਔਰ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਇਹ ਮਹਾਂਪੁਰਖ ਸਿੱਖ ਸੰਗਤਾਂ ਨੂੰ ਦ੍ਰਿੜ ਕਰਵਾਇਆ ਕਰਦੇ ਸਨ ਨਾ। ਉਹੀ ਉਕਤੀਆਂ ਜੁਗਤੀਆਂ ਕਿਸੇ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖ ਸੰਗਤਾਂ ਦੇ ਵਿੱਚ ਦ੍ਰਿੜ ਕਰਵਾਇਆ ਕਰਦੇ ਸਨ ਅਤੇ ਮਾਤਾ ਜੀਤਾ ਜੀਆਂ ਨੂੰ ਵੀ ਉਹੀ ਦੱਸਣੀਆਂ ਕੀਤੀਆਂ। ਮਾਤਾ ਜੀਤਾ ਜੀਆਂ ਨੇ ਥੋੜ੍ਹੇ ਸਮੇਂ ਕੁਝ ਕੁ ਦਿਨ ਅਭਿਆਸ ਕੀਤਾ ਅਤੇ ਸਤਿਗੁਰਾਂ ਦੇ ਪਾਸ ਫਿਰ ਬੇਨਤੀ ਕੀਤੀ ਕਿ ਮਹਾਰਾਜ ਆਪ ਜੀਆਂ ਦੀ ਕਿਰਪਾ ਦੇ ਨਾਲ ਇਉਂ ਸਰੀਰ ਦੇ ਅੰਦਰ ਹੀ ਆਪਣੇ ਆਪ ਭਜਨ ਚੱਲ ਰਿਹਾ ਹੈ, ਆਵਾਜ਼ਾਂ ਵਾਹਿਗੁਰੂ ਵਾਹਿਗੁਰੂ ਦੀਆਂ ਸੁਣ ਰਹੀਆਂ ਹਨ, ਤਾਂ ਕਿਰਪਾ ਕਰਕੇ ਹੁਣ ਅਗਲੀ ਜੁਗਤੀ ਦੱਸਣਾ ਕਰੋ। ਸਤਿਗੁਰੂ ਮਹਾਰਾਜ ਜੀਆਂ ਨੇ ਹੋਰ ਅਗਲਾ ਸਟੇਜ ਦੱਸਣਾ ਕੀਤੀ, ਇਉਂ ਕਰੋ ਭਜਨ। ਆਖਰਕਾਰ ਸਾਧ ਸੰਗਤ ਕੀ ਵਾਰਤਾ ਹੋਈ ਕਿ ਭਜਨ ਕਰਦੇ ਕਰਦੇ ਇੱਕ ਦਿਨ ਮਾਤਾ ਜੀਆਂ ਦੀ ਸੁਰਤ ਉਸ ਅਸਥਾਨ ਤੇ ਪਹੁੰਚ ਗਈ ਜਿੱਥੇ ਵੱਡੇ ਵੱਡੇ ਰਿਸ਼ੀ ਮੁਨੀ ਬੜੀ ਤਪੱਸਿਆ ਕਰ ਕਰਕੇ, ਬੜੀ ਸਾਧਨ ਕਰ ਕਰਕੇ ਉਸ ਅਵਸਥਾ ਨੂੰ ਪ੍ਰਾਪਤ ਕਰਦੇ ਹਨ। ਉਹ ਅਵਸਥਾ ਮਾਤਾ ਜੀਤਾ ਜੀਆਂ ਨੂੰ ਪ੍ਰਾਪਤ ਹੋਈ।
ਜਦ ਅੰਮ੍ਰਿਤ ਵੇਲੇ ਚੌਂਕੜਾ ਲਗਾ ਕੇ ਮਾਤਾ ਜੀਤਾ ਜੀ ਉਸ ਵਾਹਿਗੁਰੂ ਦਾ ਭਜਨ ਕਰਨ ਲੱਗੇ, ਨੇਤਰ ਬੰਦ ਕੀਤੇ ਹਨ, ਤਾਂ ਅੱਜ ਨਵੇਂ ਹੀ ਕੌਤਕ ਨੇਤਰਾਂ ਦੇ ਸਾਹਮਣੇ ਦਿਖਾਈ ਦੇ ਰਹੇ ਹਨ। ਉਹ ਕੀ ਸਾਧ ਸੰਗਤ, ਕਿਤੇ ਤੇ ਇਹ ਦਿਖਾਈ ਦੇ ਰਿਹਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਹੈ, ਔਰ ਇਸ ਕਿਲੇ ਨੂੰ ਮੁਗਲਾਂ ਅਤੇ ਪਹਾੜੀਆਂ ਦੀਆਂ ਫੌਜਾਂ ਨੇ ਘੇਰਿਆ ਹੋਇਆ ਹੈ। ਚਾਰੇ ਪਾਸਿਆਂ ਤੋਂ ਲੱਖਾਂ ਫੌਜਾਂ ਔਰ ਇਸ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰ ਕੇ ਬੈਠੇ ਹਨ। ਅੰਦਰ ਰਹਿਣ ਵਾਲੇ ਸਤਿਗੁਰੂ ਮਹਾਰਾਜ ਜੀਆਂ ਦੇ ਯੋਧੇ ਸੂਰਮੇ ਕੁਝ ਗਿਣਤੀ ਦੇ ਹੀ ਹਨ, ਔਰ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਘੇਰਾ ਪਾ ਕੇ ਰੱਖਿਆ, ਤਕਰੀਬਨ 6-7 ਮਹੀਨੇ। ਤੇ ਕਿਲੇ ਦੇ ਅੰਦਰ ਖਾਣ ਪੀਣ ਦੇ ਪਦਾਰਥ ਉਹ ਵੀ ਸਾਰੇ ਖਤਮ ਹੋ ਚੁੱਕੇ ਸਨ, ਤੇ ਇਹ ਸਿੰਘ ਭੁੱਖ ਦੇ ਨਾਲ ਵੀ ਬੜੇ ਕਿਰਸ ਦੁਬਲੇ ਪਤਲੇ ਹੋ ਗਏ ਹਨ। ਇਹੋ ਜਿਹੀ ਹਾਲਤ ਦੇਖਣਾ ਕੀਤੀ, ਮਾਤਾ ਜੀ ਘਬਰਾ ਕੇ ਉੱਠ ਜਾਂਦੇ ਹਨ। ਅਰ ਸੋਚਿਆ ਮਨ ਦੇ ਵਿੱਚ ਕਿ ਇਹ ਕੀ ਵਿਚਾਰ ਹੋਈ, ਅੱਜ ਭਜਨ ਕਰਨ ਲੱਗੇ ਕਿਹੋ ਜਿਹੇ ਖਿਆਲ, ਕਿਹੋ ਜਿਹੇ ਫੁਰਨੇ ਮਨ ਦੇ ਵਿੱਚ ਉੱਠ ਰਹੇ ਹਨ। ਤਾਂ ਮਾਤਾ ਜੀ ਨੇ ਇੱਕ ਜਪਜੀ ਸਾਹਿਬ ਜੀਆਂ ਦਾ ਪਾਠ ਕੀਤਾ, ਫਿਰ ਦੁਬਾਰਾ ਉਸੇ ਤਰ੍ਹਾਂ ਆਪਣਾ ਚੌਂਕੜਾ ਲਾ ਕੇ ਨੇਤਰ ਬੰਦ ਕਰਕੇ ਫਿਰ ਵਾਹਿਗੁਰੂ ਭਜਨ ਜਾਪ ਦੇ ਵਿੱਚ ਆਪਣਾ ਮਨ ਜੋੜਦੇ ਹਨ। ਉਸੇ ਤਰ੍ਹਾਂ ਦੇ ਫਿਰ ਖਿਆਲਾਤ ਆਉਣ ਲੱਗੇ ਕਿ ਚਮਕੌਰ ਦੀ ਗੜੀ ਨੂੰ ਮੁਗਲਾਂ, ਪਠਾਣਾ ਅਤੇ ਪਹਾੜੀਆਂ ਦੀਆਂ ਸੈਨਾ ਨੇ ਘੇਰਿਆ ਹੋਇਆ ਹੈ। ਅੰਦਰ ਕੇਵਲ ਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ 40 ਨਾਲ ਹੋਰ ਸਿੰਘ ਸੂਰਮੇ ਸਤਿਗੁਰਾਂ ਦੇ ਨਾਲ ਹੈ। ਲੱਖਾਂ ਦੀਆਂ ਫੌਜਾਂ ਘੇਰਾ ਘੱਟ ਕੇ ਬੈਠੀਆਂ ਹਨ। ਗੜੀ ਦੇ ਵਿੱਚੋਂ ਸਤਿਗੁਰਾਂ ਦੇ ਹੁਕਮ ਦੇ ਨਾਲ 5-5 ਗੁਰਸਿੱਖ ਯੋਧੇ ਸੂਰਮੇ ਬਾਹਰ ਨਿਕਲਦੇ ਹਨ। ਹਜ਼ਾਰਾਂ ਲੱਖਾਂ ਦੀ ਫੌਜ ਨੂੰ ਤਬਾਹ ਕਰਕੇ ਫਿਰ ਆਪ ਵੀ ਸ਼ਹੀਦੀਆਂ ਪਾ ਜਾਂਦੇ ਹਨ। ਆਖਰਕਾਰ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਇਹ ਵੀ 5 ਸਿੰਘਾਂ ਦੇ ਸਮੇਤ ਇਸ ਗੜੀ ਤੋਂ ਬਾਹਰ ਨਿਕਲੇ, ਜੋ ਵੱਡੇ ਵੱਡੇ ਯੋਧੇ ਸੂਰਮੇ। ਉਸ ਸਮੇਂ ਸਤਿਗੁਰਾਂ ਨੇ ਹੁਕਮ ਦੇ ਕੇ ਬਾਬਾ ਅਜੀਤ ਸਿੰਘ ਜੀਆਂ ਦੇ ਨਾਲ ਭੇਜੇ ਸਨ, ਜੋ ਕਿ ਸਾਧ ਸੰਗਤ ਭਾਈ ਆਲਮ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਭਾਈ ਧਿਆਨ ਸਿੰਘ ਜੀ, ਭਾਈ ਸੁੱਖਾ ਸਿੰਘ ਜੀ, ਭਾਈ ਵੀਰ ਸਿੰਘ ਜੀ, ਇਹ ਵੱਡੇ ਵੱਡੇ ਯੋਧੇ ਸੂਰਮੇ ਭਾਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀਆਂ ਦੇ ਨਾਲ ਗੜੀ ਤੋਂ ਬਾਹਰ ਨਿਕਲੇ, ਔਰ ਉੱਥੇ ਘਮਸਾਨ ਦਾ ਜੰਗ ਕਰਕੇ ਲੱਖਾਂ ਫੌਜਾਂ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਆਪ ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਉਹ ਵੀ ਇਸੇ ਤਰ੍ਹਾਂ ਸ਼ਹੀਦੀ ਪ੍ਰਾਪਤ ਕਰਦੇ ਹਨ ਜੰਗ ਦੇ ਮੈਦਾਨ ਦੇ ਵਿੱਚ। ਇਹ ਸਭ ਕੌਤਕ ਮਾਤਾ ਜੀਤੋ ਜੀ ਉਹ ਦੇਖ ਰਹੇ ਸਨ, ਔਰ ਚੌਂਕੜਾ ਲਗਾ ਕੇ ਬੈਠੇ ਫਿਰ ਘਬਰਾ ਕੇ ਉੱਠ ਜਾਂਦੇ ਹਨ ਕਿ ਉਹ ਇਹ ਮਨ ਅੱਜ ਕਿਸ ਤਰ੍ਹਾਂ ਦੇ ਫੁਰਨੇ ਉਠਾ ਰਿਹਾ, ਕਿਸ ਤਰ੍ਹਾਂ ਦੇ ਸੀਨ ਸਾਹਮਣੇ ਦਿਖਾਈ ਦੇ ਰਹੇ ਹਨ। ਫਿਰ ਇੱਕ ਜਪਜੀ ਸਾਹਿਬ ਜੀਆਂ ਦਾ ਪਾਠ ਕੀਤਾ, ਔਰ ਉਸੇ ਤਰ੍ਹਾਂ ਮਾਤਾ ਜੀਤੋ ਜੀ ਫਿਰ ਚੌਂਕੜਾ ਮਾਰ ਕੇ ਬੈਠਦੇ ਹਨ। ਤੇ ਫਿਰ ਸਾਧ ਸੰਗਤ ਕੀ ਦਿਖਾਈ ਦਿੱਤਾ ਕਿ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ ਗੁਰੂ ਕੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹ ਨੀਹਾਂ ਦੇ ਵਿੱਚ ਖੜੇ ਹੋਏ ਸ਼ਹੀਦੀਆਂ ਪ੍ਰਾਪਤ ਕਰਨ ਦੇ ਲਈ ਤਿਆਰ ਹੈ, ਅਤੇ ਸਿੱਖ ਸੰਗਤਾਂ ਨੂੰ ਇਹ ਉਪਦੇਸ਼ ਦੇ ਰਹੇ ਹਨ ਕਿ ਆਪਣੇ ਸਿਦਕ ਤੋਂ ਕਦੇ ਵੀ ਹਾਰਨਾ ਨਹੀਂ ਚਾਹੀਦਾ, ਭਾਵੇਂ ਆਪਣਾ ਸੀਸ ਹੀ ਕੁਰਬਾਨ ਕਿਉਂ ਨਾ ਕਰਨਾ ਪਵੇ। ਸੀਸ ਦੇ ਦੀਏ ਧਰਮ ਨਾ ਛੱਡੀਏ, ਨੀਹਾਂ ਵਿੱਚੋਂ ਲਾਲ ਬੋਲ ਦੇ। ਸੀਸ ਦੇ ਦੀਏ ਧਰਮ ਨਾ ਛੱਡੀਏ, ਨੀਹਾਂ ਵਿੱਚੋਂ ਲਾਲ ਬੋਲ ਦੇ। ਨੀਹਾਂ ਵਿੱਚੋਂ ਜੀ ਲਾਲ ਬੋਲ ਦੇ, ਨੀਹਾਂ ਵਿੱਚੋਂ ਜੀ ਲਾਲ ਬੋਲ ਦੇ।
ਛੱਡੀਏ ਜੀ, ਸੀਸ ਦੇ ਦੀਏ ਧਰਮ ਨਾ ਛੱਡੀਏ। सो पहचानिया जो लड़े दीन के, पुरजा पुरजा कट मरे कबू न छड़े। आ जो साध संगत दिन चल रहे हैं ना पोह दे महीने दे, जो कल दा दिन सी 8 पोह दा दिन, इस 8 पोह दे दिन गुरु के बड़े साहिबजादे बाबा अजीत सिंह जी अते बाबा जुझार सिंह जी चमकौर ਦੀ ਗੜੀ ਤੋਂ ਬਾਹਰ ਮੁਗਲਾਂ ਪਠਾਣਾਂ ਦੇ ਨਾਲ ਜੰਗ ਕਰਦੇ ਹੋਏ ਸ਼ਹੀਦ ਹੋਏ। ਹੁਣ ਅੱਗੇ ਆਉਣ ਵਾਲਾ ਦਿਨ ਹੈ ਜੋ 13 ਪੋਹ ਦਾ ਦਿਨ ਅੱਗੇ ਆ ਰਿਹਾ ਹੈ। ਇਸ ਦਿਨ ਗੁਰੂ ਕੇ ਛੋਟੇ ਲਾਲ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਹੋਈ। ਇਹ ਸਭ ਕੁਝ ਸਾਰਾ ਸੀਨ ਮਾਤਾ ਜੀਤਾ ਜੀਆਂ ਨੂੰ ਕਈ ਸਾਲ ਪਹਿਲੇ ਕਿੰਨੇ ਸਾਲ ਪਹਿਲੇ ਆਪਣੇ ਨੇਤਰਾਂ ਦੇ ਅੱਗੇ ਸਾਹਮਣੇ ਦਿਖਾਈ ਦੇਣ ਲੱਗ ਪਿਆ। ਜਦ ਮਾਤਾ ਜੀਤਾ ਜੀ ਨੇ ਇਹ ਕੁਝ ਦੇਖਿਆ ਕਿ ਗੁਰੂ ਕੇ ਛੋਟੇ ਲਾਲ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹ ਨੀਹਾਂ ਦੇ ਵਿੱਚ ਖੜੇ ਹੋਏ ਹਨ ਔਰ ਇਸ ਤਰ੍ਹਾਂ ਸ਼ਹੀਦੀ ਦੇ ਵਾਸਤੇ ਤਿਆਰੀ ਹੈ। ਆਖਿਰਕਾਰ ਗੁਰੂ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ। ਤੇ ਸਾਧ ਸੰਗਤ ਸ਼ਹੀਦੀ ਦੇ ਸਮੇਂ ਭਾਵੇਂ ਆਕਾਸ਼ ਦੇ ਵਿੱਚੋਂ ਐਸਾ ਵਾਤਾਵਰਨ ਹੋਇਆ ਕਿ ਤੂਫਾਨ ਆ ਜਾਂਦੇ ਹਨ, ਭੁਚਾਲ ਆ ਜਾਂਦੇ ਹਨ, ਐਸਾ ਕੁਝ ਹੋਇਆ। ਆਖਿਰਕਾਰ ਗੁਰੂ ਕੇ ਲਾਲਾਂ ਦੀ ਸ਼ਹੀਦੀ ਹੁੰਦੀ ਹੈ। ਤਾਂ ਮਾਤਾ ਜੀਤਾ ਜੀ ਨੇ ਇਹ ਸਾਰਾ ਸੀਨ ਕਈ ਸਾਲ ਪਹਿਲੇ ਆਪਣੇ ਨੇਤਰਾਂ ਦੇ ਸਾਹਮਣੇ ਦੇਖਿਆ, ਕਿਉਂਕਿ ਉਸ ਵਾਹਿਗੁਰੂ ਦੀ ਬੰਦਗੀ ਕਰਦੇ ਕਰਦੇ ਭਜਨ ਕਰਦੇ ਕਰਦੇ ਐਸੀ ਅਵਸਥਾ ਪ੍ਰਾਪਤ ਹੋ ਗਈ ਸੀ ਕਿ ਉਹ ਸਾਰਾ ਸੀ ਆਉਣ ਵਾਲਾ ਸਮਾਂ ਸਾਹਮਣੇ ਦਿਖਾਈ ਦੇਣ ਲੱਗ ਗਿਆ। ਜਦ ਤੀਸਰੇ ਵਾਰ ਵੀ ਐਸਾ ਕੁਝ ਹੋਇਆ, ਮਾਤਾ ਜੀਤਾ ਜੀ ਬੜੇ ਘਬਰਾਏ, ਘਬਰਾ ਕੇ ਉੱਠ ਜਾਂਦੇ ਹਨ ਬੰਦਗੀ ਕਰਨ ਤੋਂ ਅਤੇ ਸਿੱਧੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਆ ਕੇ ਹਾਜ਼ਰ ਹੁੰਦੇ ਹਨ। ਆ ਕੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਔਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਜ ਪਤਾ ਨਹੀਂ ਕੀ ਕਾਰਨ ਹਰ ਰੋਜ਼ ਦੀ ਤਰ੍ਹਾਂ ਆਪ ਜੀਆਂ ਦੀ ਦੱਸੀ ਜੁਗਤੀ ਦੇ ਅਨੁਸਾਰ ਭਜਨ ਕਰਦੇ ਸੀ, ਅੰਮ੍ਰਿਤ ਵੇਲੇ ਚੌਂਕੜਾ ਲਗਾ ਕੇ ਬੈਠਦੇ ਸੀ, ਪਰ ਅੱਜ ਪਤਾ ਨਹੀਂ ਕੀ ਗੱਲ ਹੋਈ ਕਿ ਜਦ ਭਜਨ ਕਰਨ ਦੇ ਵਾਸਤੇ ਬੈਠਦੇ ਹਾਂ ਇਹੋ ਜਿਹੇ ਦਰਦਨੀਕ ਸੀਨ ਸਾਹਮਣੇ ਦਿਖਾਈ ਦੇਣ ਲੱਗ ਜਾਂਦੇ ਹਨ। ਸਾਰੀ ਵਾਰਤਾ ਦੱਸੀ ਸੱਚੇ ਪਾਤਸ਼ਾਹ ਕਿਸੇ ਟਾਈਮ ਤੇ ਮੈਨੂੰ ਇਹ ਸੀਨ ਦਿਖਾਈ ਦਿੱਤਾ ਕਿ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਮੁਗਲਾਂ ਪਠਾਣਾਂ ਦੀਆਂ ਫੌਜਾਂ ਨੇ ਲੱਖਾਂ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ। ਕਿਤੇ ਇਹ ਸੀਨ ਦਿਖਾਈ ਦਿੱਤਾ ਕਿ ਚਮਕੌਰ ਦੀ ਗੜੀ ਨੂੰ ਲੱਖਾਂ ਹੀ ਫੌਜਾਂ ਨੇ ਘੇਰਿਆ ਹੋਇਆ ਹੈ। ਆਪ ਜੀਆਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਹੋਰ ਸਿੰਘਾਂ ਦੇ ਸਮੇਤ ਮੁਗਲਾਂ ਨਾਲ ਜੰਗ ਕਰਦੇ ਹੋਏ ਸ਼ਹੀਦ ਹੋ ਗਏ। ਅਰ ਮਹਾਰਾਜ ਇਹਨਾਂ ਸੀਨਾਂ ਨੂੰ ਦੇਖ ਕੇ ਮੇਰਾ ਮਨ ਬੜਾ ਘਬਰਾ ਗਿਆ ਹੈ, ਬੜਾ ਡਰ ਗਿਆ ਹੈ। ਅਰ ਕਿਤੇ ਇਸ ਤਰ੍ਹਾਂ ਦੇ ਦਰਦਨੀਕ ਸੀਨ ਸਾਹਮਣੇ ਦਿਖਾਈ ਦਿੱਤੇ। ਆਪ ਜੀਆਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹ ਸਰਹੰਦ ਦੀਆਂ ਨੀਹਾਂ ਦੇ ਵਿੱਚ ਉਸ ਸਥਾਨ ਤੇ ਸ਼ਹੀਦੀਆਂ ਦੇ ਰਹੇ ਹਨ ਅਤੇ ਸਿੱਖੀ ਨੂੰ ਸਿੱਖ ਸੰਗਤਾਂ ਨੂੰ ਔਰ ਇਹ ਉਪਦੇਸ਼ ਦ੍ਰਿੜ ਕਰਵਾ ਰਹੇ ਹਨ ਕਿ ਆਪਣਾ ਸੀਸ ਭਾਵੇਂ ਕੁਰਬਾਨ ਕਰ ਦਿਓ ਪਰ ਸਿੱਖੀ ਤੋਂ ਕਦੇ ਵੀ ਡੋਲਣਾ ਨਾ ਕਰੋ। ਤਾਂ ਸਾਧ ਸੰਗਤ ਸਾਰੀ ਵਾਰਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਦੱਸਣਾ ਕੀਤੀ। ਸਤਿਗੁਰੂ ਮਹਾਰਾਜ ਕੁਛ ਕੁ ਮੁਸਕਰਾਏ, ਮੁਸਕਰਾ ਕੇ ਕਹਿਣ ਲੱਗੇ ਜੀਤਾ ਦੇਖ ਜਿਹੜੇ ਤੂੰ ਕਹਿ ਰਹੇ ਹੈ ਨਾ ਕਿ ਮਨ ਇਸ ਤਰ੍ਹਾਂ ਦੇ ਫੁਰਨੇ ਉਠਾ ਰਿਹਾ ਹੈ, ਇਹ ਫੁਰਨੇ ਨਹੀਂ ਉਠਾ ਰਿਹਾ ਮਨ, ਤੇਰੀ ਅੱਜ ਸੁਰਤੀ ਵਿਰਤੀ ਭਜਨ ਬੰਦਗੀ ਦੇ ਆਸਰੇ ਉਸ ਸਥਾਨ ਤੇ ਪਹੁੰਚ ਗਈ ਹੈ ਜਿਸ ਸਥਾਨ ਤੇ ਵੱਡੇ ਵੱਡੇ ਰਿਸ਼ੀ ਮੁਨੀ ਬੜੀਆਂ ਲੰਮੀਆਂ ਸਾਧਨਾ ਸਾਧ ਕੇ ਬੜੀ ਬੰਦਗੀ ਕਰਕੇ ਤਪੱਸਿਆ ਕਰਕੇ ਉਸ ਸਥਾਨ ਤੇ ਪਹੁੰਚਦੀ ਹੈ ਨਾ ਸੁਰਤੀ ਬਿਰਤੀ।
ਉਸ ਅਸਥਾਨ ਤੇ ਸੁਰਤੀ ਬਿਰਤੀ ਪਹੁੰਚ ਕੇ ਉੱਥੇ ਉਹਨਾਂ ਦਾ ਇਹ ਅਵਸਥਾ ਹੋ ਜਾਂਦੀ ਹੈ ਕਿ ਆਉਣ ਵਾਲਾ ਸਮਾਂ ਆਪਣੇ ਨੇਤਰਾਂ ਦੇ ਸਾਹਮਣੇ ਦੇਖ ਲੈਂਦੇ ਹਨ। ਔਰ ਅੱਜ ਤੇਰੀ ਵੀ ਸੁਰਤੀ ਬਿਰਤੀ ਉਹ ਬੰਦਗੀ ਕਰਨ ਵਾਲਿਆਂ ਦੀ ਸਮੇਤ ਉਸ ਸਥਾਨ ਤੇ ਪਹੁੰਚ ਗਈ ਹੈ। ਤੂੰ ਵੀ ਆਉਣ ਵਾਲਾ ਸਮਾਂ ਆਪਣੇ ਨੇਤਰਾਂ ਦੇ ਨਾਲ ਦੇਖ ਰਹੀ ਹੈ। ਮਾਤਾ ਜੀਤਾ ਜੀ ਹੋਰ ਵੀ ਡਰ ਜਾਂਦੇ ਹਨ, ਘਬਰਾ ਜਾਂਦੇ ਹਨ ਕਿ ਮਹਾਰਾਜ ਫਿਰ ਇਹਦਾ ਮਤਲਬ ਇਹ ਹੋਇਆ ਕਿ ਇਹ ਜੋ ਕੁਝ ਮੈਂ ਆਪਣੇ ਨੇਤਰਾਂ ਦੇ ਸਾਹਮਣੇ ਸੀਣ ਦੇਖੇ ਹਨ, ਇਹ ਸਾਹਮਣੇ ਇਹ ਸਮਾਂ ਆਉਣ ਵਾਲਾ ਹੈ। ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਹਾਂ ਜੀਤਾ, ਜੋ ਤੂੰ ਕੌਤਕ ਆਪਣੇ ਨੇਤਰਾਂ ਦੇ ਸਾਹਮਣੇ ਅੱਜ ਦੇਖੇ ਹਨ ਨਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਕੇ ਰਹਿਣੇ ਹਨ। ਤਾਂ ਮਾਤਾ ਜੀ ਫਿਰ ਬੜਾ ਦੁਖੀ ਹੋਏ, ਵਿਆਕੁਲ ਹੋਏ, ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਨ, ਸੱਚੇ ਪਾਤਸ਼ਾਹ, ਜੇਕਰ ਇਹੋ ਜਿਹਾ ਦਰਦਨੀਕ ਸੀਨ ਸਮਾਂ ਅੱਗੇ ਸਾਹਮਣੇ ਆਵੇਗਾ, ਆਪ ਜੀ ਸਮਰੱਥ ਪਿਤਾ ਹੋ, ਆਪ ਜੀ ਸਰਵੱਗ ਹੋ, ਕਰਨ ਕਾਰਨ ਸਮਰੱਥ ਹੋ, ਫਿਰ ਇਹੋ ਜਿਹਾ ਸਮਾਂ ਤਾਂ ਟਾਲਣਾ ਚਾਹੀਦਾ ਹੈ। ਤਾਂ ਮਾਤਾ ਜੀਆਂ ਦੇ ਪਾਸ ਮਾਤਾ ਜੀਆਂ ਨੇ ਜਦ ਇਹ ਬੇਨਤੀ ਕੀਤੀ, ਮਹਾਰਾਜ ਆਪ ਜੀ ਸਰਵੱਗ ਹੋ, ਇਹੋ ਜਿਹਾ ਦਰਦਨੀਕ ਸਮਾਂ ਟਾਲ ਦੇਣਾ ਚਾਹੀਦਾ ਹੈ। ਤਾਂ ਸਤਿਗੁਰੂ ਮਹਾਰਾਜ ਬਚਨ ਕਰਦੇ ਹਨ ਕਿ ਜੀਤਾਂ ਟਾਲ ਦੇਣਾ ਚਾਹੀਦਾ, ਇਹ ਤੇ ਸਾਡੇ ਗੁਰੂ ਪੀਰਾਂ ਨੇ ਸਾਨੂੰ ਸਿਖਾਇਆ ਹੀ ਨਹੀਂ ਹੈ। ਔਰ ਸਾਡੇ ਗੁਰੂ ਪੀਰਾਂ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਤੇ ਉਸ ਵਾਹਿਗੁਰੂ ਦੇ ਭਾਣੇ ਦੇ ਵਿੱਚ ਰਾਜੀ ਰਹਿਣ ਦੇ ਲਈ ਸਿਖਾਇਆ ਹੈ। ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਨੇ ਤੇ ਸਾਨੂੰ ਤਵੀਆਂ ਤੇ ਬੈਠ ਕੇ ਵੀ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਣਾ ਸਿਖਾਇਆ ਹੈ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤਤੀਆਂ ਤਵੀਆਂ ਤੇ ਬੈਠ ਕੇ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਭਾਵੇਂ ਕਿਹੋ ਜਿਹਾ ਵੀ ਸਮਾਂ ਹੋਵੇ, ਉਸ ਵਾਹਿਗੁਰੂ ਦੇ ਭਾਣੇ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ। ਔਰ ਇਸ ਭਾਣੇ ਨੂੰ ਤੂੰ ਟਾਲਣ ਦੇ ਵਾਸਤੇ ਕਹਿ ਰਹੀ ਹੈ। ਮਾਤਾ ਜੀਆਂ ਨੇ ਫਿਰ ਨੇਤਰ ਭਰ ਕੇ ਨੇਤਰਾਂ ਦੇ ਵਿੱਚੋਂ ਹੰਝੂ ਬਹਾਉਂਦੇ ਹੋਏ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜੇਕਰ ਇਹੋ ਜਿਹਾ ਸਮਾਂ ਆਏਗਾ, ਤੁਸੀਂ ਇਸ ਸਮੇਂ ਨੂੰ ਟਾਲਣਾ ਨਹੀਂ ਚਾਹੁੰਦੇ, ਰੱਬ ਦਾ ਭਾਣਾ ਸਿਰ ਮੱਥੇ ਮੰਨਣਾ ਚਾਹੁੰਦੇ ਹੋ, ਤੇ ਫਿਰ ਸੱਚੇ ਪਾਤਸ਼ਾਹ ਮੇਰੇ ਤੋਂ ਤੇ ਇਹੋ ਜਿਹਾ ਸਮਾਂ ਦੇਖਿਆ ਨਹੀਂ ਜਾਵੇਗਾ। ਆਪ ਜੀ ਭਾਵੇਂ ਵਾਹਿਗੁਰੂ ਪਰਮੇਸ਼ਵਰ ਦੇ ਭਾਣੇ ਵਿੱਚ ਇਹ ਸਭ ਕੁਝ ਵਰਤਾ ਦੇਵੋ, ਪਰ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਇਹ ਸਮਾਂ ਨਾ ਦਿਖਾਵੋ। ਸਤਿਗੁਰੂ ਕਹਿਣ ਲੱਗੇ, ਹਾਂ ਜੇਕਰ ਤੁਸੀਂ ਇਹੋ ਜਿਹਾ ਸਮਾਂ ਨਹੀਂ ਦੇਖਣਾ ਚਾਹੁੰਦੇ ਤੇ ਫਿਰ ਇੱਕੋ ਹੀ ਗੱਲ ਹੈ ਕਿ ਆਪਣੇ ਸਰੀਰ ਨੂੰ ਤਿਆਗ ਕੇ ਇਸ ਮਾਤ ਲੋਕ ਤੋਂ ਚਲੇ ਜਾਵੋ। ਤਾਂ ਮਾਤਾ ਜੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਫਿਰ ਆਪ ਜੀ ਮੈਨੂੰ ਆਗਿਆ ਬਖਸ਼ੋ, ਮੈਂ ਆਪਣਾ ਪੰਜ ਭੌਤਿਕ ਇਹ ਚੋਲਾ ਇਹ ਸਰੀਰ ਤਿਆਗ ਦੇਵਾਂ। ਸਤਿਗੁਰਾਂ ਤੋਂ ਆਗਿਆ ਲੈ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਮਾਤਾ ਜੀਤਾ ਜੀ ਫਿਰ ਉਸ ਟਾਈਮ ਇੱਕ ਅਲੱਗਾ ਆਪਣੇ ਮਹਿਲਾਂ ਦੇ ਵਿੱਚ ਅੱਡ ਚਲੇ ਜਾਂਦੇ ਹਨ। ਉਸ ਸਥਾਨ ਤੇ ਪਹਿਲੇ ਦੀ ਤਰ੍ਹਾਂ ਆਪਣੀ ਸੁਰਤੀ ਬਿਰਤੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਕੀਤਾ। ਔਰ ਨੇਤਰ ਬੰਦ ਕਰਕੇ ਬੈਠੇ ਸਨ, ਆਪਣੀ ਸੁਰਤੀ ਬਿਰਤੀ ਨੂੰ ਸੰਕੋਚ ਕੇ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੋੜਿਆ ਅਤੇ ਆਪਣੇ ਇਸ ਪੰਜ ਭੌਤਿਕ ਸਰੀਰ ਨੂੰ ਇਉਂ ਤਿਆਗ ਜਾਂਦੇ ਹਨ ਜਿਸ ਤਰ੍ਹਾਂ ਸੱਪ ਆਪਣੀ ਕੰਜ ਨੂੰ ਲਾਹ ਕੇ ਅੱਗੇ ਚਲਿਆ ਜਾਂਦਾ ਹੈ, ਜਾਂ ਹਾਥੀ ਆਪਣੇ ਗਲ ਦੇ ਵਿੱਚ ਪਾਈ ਹੋਈ ਫੁੱਲਾਂ ਦੀ ਮਾਲਾ ਨੂੰ ਬੜੇ ਆਰਾਮ ਦੇ ਨਾਲ ਲਾਹ ਕੇ ਪਰੇ ਰੱਖ ਦਿੰਦਾ ਹੈ ਨਾ। ਤੇ ਮਾਤਾ ਜੀਤਾ ਜੀ ਇਸ ਤਰ੍ਹਾਂ ਕਰਕੇ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਜਾਂਦੇ ਹਨ। ਜਾਣੇ ਮਨੁੱਖਾ ਸਰੀਰ ਸਫਲਾ ਕਰਕੇ ਉਸ ਵਾਹਿਗੁਰੂ ਦੇ ਦੇਸ਼ ਦੇ ਵਿੱਚ ਚਲੇ ਜਾਂਦੇ ਹਨ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਪਿਆਰੇ ਗੁਰਮੁਖ ਜਨਮ ਸਵਾਰ ਕੇ ਦਰਗਾਹ ਨੂੰ ਚਾਲੇ ਪਾਏ ਨੇ। ਗੁਰਮੁਖ ਜਨਮ ਸਵਾਰ ਕੇ ਦਰਗਾਹ ਨੂੰ ਚਾਲੇ ਪਾਏ ਨੇ। ਪਿਆਰੇ ਗੁਰਮੁਖ
जन्म सवार के जी जन्म सवार के दरगाह नूं चाले पाए ने गुरमुख जन्म सवार के दरगाह नूं चाले पाए ने दरगाह नूं जी 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 चाले पाए ने प्यारे गुरमुख जन्म सवार के जी प्यारे गुरमुख जन्म सवार के गुरमुख जन्म सवार दरगह चलिया सच्ची दरगह जाई सच्चा पिड़ मलिया माता जीता जी सारा जन्म सफला करके उस वाहिगुरु दे देश दे विच जाके निवास करते हैं। साध संगत मनुखा जन्म नूं सफला करन दी विचार अज जो माता जियां दी याद दे विच आपां बैठे हैं ना माता गुरनाम कौर जी इन्हां ने भी अपना सारा मनुखा जन्म सफला कर लिया क्योंकि नज़दीक ही महापुरखों का बहुत बड़ा अस्थान धन धन संत बाबा ईसर सिंह जी महाराज धन धन संत बाबा किशन सिंह जी महाराज जिन्होंने महापुरखों ने बेअंत दुनिया का भला किया और भला कर रहे हैं। साध संगत उन्होंने महापुरखों के अस्थान पर जाके माता जिया ने बड़ी सेवा का लाहा खटिया उस अस्थान पर बड़ी सेवा की लंगर पानी प्रशादे पानी आदि की होर जिन्नी जिस तरह की सेवा मिली माता जी करते रहंदे सी। फिर और अपने समय दे विच गुरबाणी के पाठ गुरबाणी का भजन और इस तरह नाम का भजन करके माता जिया ने भी सारा मनुखा जन्म सफला कर लिया। और माता जिया की याद दे विच समूह गुरमुख परिवार जो बड़ा गुरमुख परिवार ये भी सारा परिवार सेवादार ही है महापुरखों के स्थान पर सेवा करने वाले हैं। भाई बख्तौर सिंह जी और समूह गुरमुख परिवार ने रल मिल के माता जिया के निमित्त तुरकी बाणी आई तिन सगली चिंत मिटाई जिया के सहज पाठ साहब प्रकाश करवाए सन जिन्हों के अमृत वेले गुरु की महाराज जिया की कृपा के नाल निर्विघ्नता सहित भोग पाए गए सन। हुण काफ़ी समय तो कीर्तन दीवान आरंभ हो चुकिया सी। इन्नियां ही बेनतियां करते हुए खिमा दे जाचक हाँ गुरमत की विचार करदियां गुरु इतिहास की गुरु शब्द की विचार करदियां शब्द अखर वध घट लग जाते हैं। गुरु की प्यारी साध संगत अति प्रतख गुरु धन गुरु ग्रंथ साहिब जी महाराज बख्शन योग हैं। सब सिख संगतां ने मेल जोल के श्री आनंद साहिब दे विच बोलना उपरंत अरदास दे विच सावधान होना जी। राम कली महला तीजा आनंद एक ओंकार सतगुर प्रसाद आनंद भया मेरी माए सत गुरु मैं पाया। राग रतन परवार पढ़िया शब्द गावन आया। कह नानक आनंद हुआ सतगुरु मैं पाया।
ਹਰ ਨਾਲ ਰਿਓ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਬਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ। ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਨੋ ਸੰਤੋ, ਸ਼ਬਦ ਧਰੋ ਪਿਆਰੋ ਸਾਚਾ। ਕਰ ਸੁਭਾਗੈ ਸ਼ਬਦ ਵਾਜੇ, ਭਲਾ ਜਿਤ ਘਰ ਧਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕਉ ਸੇ, ਨਾਮ ਹਰਿ ਕੈ ਲਾਗੇ। ਆਨੰਦ ਸੁਨੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣ ਕੇ ਪੁਨੀਤ ਕਹਿ ਕੇ, ਪੁਲਿਸ ਸਤਿਗੁਰ ਰਹਿਆ ਭਰਪੂਰੇ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ। ਚੰਗਿਆਈਆਂ ਬੁਰਿਆਈਆਂ, ਬਚੈ ਧਰਮ ਦੂਰ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਨਾਮ ਧਿਆਇਆ, ਗਏ ਮਸਕਤ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ।